ਅੱਜ ਅਸੀਂ ਨਾਵਲ ਦੇ ਬਾਰੇ ਚਰਚਾ ਕਰਾਂਗੇ। ਨਾਵਲ ਪਾਠਕ੍ਰਮ ਦੇ ਵਿੱਚ ਜੋ ਲੱਗਿਆ ਹੋਇਆ ਹੈ ਉਸ ਨਾਵਲ ਦੇ ਬਾਰੇ ਚਰਚਾ ਕਰਨ ਤੋਂ ਪਹਿਲਾਂ ਮੈਂ ਪਹਿਲੇ ਇਹਨਾਂ ਦੱਸਣਾ ਚਾਹੂੰਗੀ ਕਿ ਨਾਵਲ ਸ਼ਬਦ ਦਾ ਅਰਥ ਕੀ ਹੈ ਜਾਂ ਨਾਵਲ ਦਾ ਸਾਹਿਤ ਦੇ ਵਿੱਚ ਕਿਸ ਤਰ੍ਹਾਂ ਪ੍ਰਯੋਗ ਹੋਇਆ। ਨਾਵਲ ਸ਼ਬਦ ਬਾਰੇ ਪਤਾ ਹੋਣਾ ਚਾਹੀਦਾ ਹੈ ਕਿ ਨਾਵਲ ਦੇ ਰਾਹੀਂ ਇੱਕ ਬਹੁਤ ਵੱਡੇ ਭਾਗ ਨੂੰ ਜਾਂ ਬਹੁਤ ਵੱਡਾ ਬਿਰਤਾਂਤ ਨਾਵਲ ਦੇ ਰਾਹੀਂ ਬਿਆਨ ਕੀਤਾ ਜਾਂਦਾ ਹੈ। ਨਾਵਲ ਆਪਣੇ ਆਪ ਵਿੱਚ ਇੱਕ ਬਹੁਤ ਵੱਡਾ ਸਾਹਿਤ ਦਾ ਰੂਪ ਮੰਨਿਆ ਜਾਂਦਾ ਹੈ। ਨਾਵਲ ਨੂੰ ਇਹ ਕਹਿ ਸਕਦੇ ਹਾਂ ਕਿ ਇਹ ਪ੍ਰਤੀਨਿਧ ਔਰ ਮਹੱਤਵਪੂਰਨ ਸਾਹਿਤ ਦਾ ਇੱਕ ਰੂਪ ਹੈ। ਤਾਂ ਇਸ ਦੇ ਵਿੱਚ ਅਸੀਂ ਇੱਕ ਪਹਿਲਾਂ ਇਹ ਲਿਖ ਸਕਦੇ ਹਾਂ ਕਿ ਮਹੱਤਵਪੂਰਨ ਅਤੇ ਪ੍ਰਤੀਨਿਧ ਰੂਪ ਹੈ। ਨਾਵਲ ਪੰਜਾਬੀ ਸਾਹਿਤ ਦੇ ਵਿੱਚ ਕਿਸ ਤਰ੍ਹਾਂ ਆਇਆ? ਜਿਸ ਤਰ੍ਹਾਂ ਸਾਹਿਤ ਦੇ ਹੋਰ ਰੂਪ ਪੰਜਾਬੀ ਦੇ ਵਿੱਚ ਆਏ ਹਨ, ਉਸੇ ਤਰ੍ਹਾਂ ਹੀ ਸਾਹਿਤ ਦੇ ਹੋਰ ਰੂਪਾਂ ਦੇ ਵਾਂਗ ਜੋ ਨਾਵਲ ਹੈ ਉਹ ਕਿਸ ਦੀ ਉਪਜ ਹੈ? ਪੂੰਜੀਵਾਦੀ ਸਮਾਜ ਦੀ। ਪੂੰਜੀਵਾਦੀ ਸਮਾਜ ਦੀ ਉਪਜ ਹੈ। ਨਾਵਲ ਨੂੰ ਅਸੀਂ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ, ਜਦੋਂ ਅਸੀਂ ਨਾਵਲ ਨੂੰ ਪੜ੍ਹਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਜੀਵਨ ਦੇ ਬਹੁਤ ਵੱਡੇ ਭਾਗ ਨੂੰ ਕਿਸ ਤਰ੍ਹਾਂ ਦੇ ਨਾਲ ਬਿਆਨ ਕੀਤਾ ਜਾਂਦਾ ਹੈ। ਤਾਂ ਉਸ ਨੂੰ ਨਾਵਲ ਨੂੰ ਅਸੀਂ ਆਧੁਨਿਕ ਜੀਵਨ ਦਾ ਕੀ ਕਹਿ ਸਕਦੇ ਹਾਂ? ਮਹਾਕਾਵ। ਤਾਂ ਇਸ ਨੂੰ ਅਸੀਂ ਆਧੁਨਿਕ ਜੀਵਨ ਦਾ ਮਹਾਕਾਵ ਵੀ ਕਹਿ ਸਕਦੇ ਹਾਂ। ਠੀਕ ਹੈ। ਤਾਂ ਇਸ ਤਰ੍ਹਾਂ ਦੇ ਨਾਲ ਆਪਣੇ ਆਪ ਦੇ ਵਿੱਚ ਨਾਵਲ ਇੱਕ ਬਹੁਤ ਵੱਡਾ ਸਾਹਿਤ ਦਾ ਰੂਪ ਹੈ। ਹੁਣ ਅਸੀਂ ਗੱਲ ਕਰਦੇ ਹਾਂ ਜਿਹੜਾ ਪਾਠਕ੍ਰਮ ਦੇ ਵਿੱਚ ਨਾਵਲ ਲੱਗਿਆ ਹੈ। ਨਾਵਲ ਦਾ ਨਾਮ ਹੈ ਪਵਿੱਤਰ ਪਾਪੀ। ਪਵਿੱਤਰ ਪਾਪੀ। ਇਹ ਨਾਵਲ ਨੂੰ ਲਿਖਣ ਵਾਲਾ ਲੇਖਕ ਕੌਣ ਹੈ? ਨਾਵਲਕਾਰ ਸਰਦਾਰ ਨਾਨਕ ਸਿੰਘ। ਸਰਦਾਰ ਨਾਨਕ ਸਿੰਘ। ਨਾਨਕ ਸਿੰਘ ਬਾਰੇ ਅਸੀਂ ਪਹਿਲਾਂ ਵੀ ਪਿਛਲੀ ਜਮਾਤ ਦੇ ਵਿੱਚ ਵੀ ਜਿਹੜਾ ਪੜ੍ਹ ਕੇ ਆਏ ਹਾਂ। 10ਵੀਂ 12ਵੀਂ ਜਿਹੜੀ ਪਿੱਛੇ ਅਸੀਂ ਸ਼੍ਰੇਣੀ ਦੇ ਵਿੱਚ ਅਸੀਂ ਰਹੇ ਹਾਂ, ਉੱਥੇ ਵੀ ਅਸੀਂ ਨਾਨਕ ਸਿੰਘ ਬਾਰੇ ਬਹੁਤ ਕੁਝ ਪੜ੍ਹਿਆ ਹੈ। ਨਾਨਕ ਸਿੰਘ ਦੇ ਬਾਰੇ ਮੈਂ ਬਹੁਤ ਜ਼ਿਆਦਾ ਨਹੀਂ ਦੱਸੂਗੀ ਕਿਉਂਕਿ ਜਿਹੜਾ ਪ੍ਰਸ਼ਨ ਹੈ ਉਹ ਫਿਰ ਬਹੁਤ ਦੂਰ ਚਲਾ ਜਾਏਗਾ। ਨਾਨਕ ਸਿੰਘ ਦਾ ਜਨਮ 1897 ਈਸਵੀ ਦੇ ਵਿੱਚ ਕਿੱਥੇ ਹੋਇਆ? ਜ਼ਿਲ੍ਹਾ ਜੇਹਲਮ। 1897 ਈਸਵੀ ਵਿੱਚ ਜ਼ਿਲ੍ਹਾ ਕਿਹੜਾ ਸੀ ਜੀ? ਜੇਹਲਮ, ਪਾਕਿਸਤਾਨ ਵਿੱਚ ਹੋਇਆ। ਪਾਕਿਸਤਾਨ ਦੇ ਵਿੱਚ ਹੋਇਆ। ਨਾਨਕ ਸਿੰਘ ਨੇ ਆਪਣੇ ਜੀਵਨ ਦੇ ਵਿੱਚ ਬਹੁਤ ਰਚਨਾਵਾਂ ਵਿਧਾਵਾਂ ਦੇ ਵਿੱਚ ਰਚਨਾਵਾਂ ਕੀਤੀਆਂ। ਵੱਖੋ ਵੱਖਰੇ ਸਾਹਿਤ ਦੇ ਰੂਪ ਦੇ ਵਿੱਚ ਉਸਨੇ ਆਪਣੀ ਜਿਹੜੀ ਲੇਖਣੀ ਹੈ ਉਹ ਲਿਖੀ ਔਰ ਜਿਹੜੀ ਉਸਨੇ ਆਪਣੇ ਸ਼ਬਦਾਂ ਨੂੰ, ਆਪਣੇ ਭਾਵਾਂ ਨੂੰ ਅਜਿਹੇ ਸ਼ਬਦਾਂ ਦੇ ਵਿੱਚ ਬਿਆਨ ਕੀਤਾ ਕਿ ਆਮ ਜੀਵਨ ਦੇ ਲੋਕਾਂ ਦੀ ਕਹਾਣੀ ਨੂੰ ਅਸੀਂ ਸਹਿਜ ਰੂਪ ਵਿੱਚ ਬਹੁਤ ਸੁਚੱਜੇ ਢੰਗ ਨਾਲ ਸਮਝ ਸਕਦੇ ਹਾਂ। ਨਾਨਕ ਸਿੰਘ ਨੇ ਆਪਣੇ ਜੀਵਨ ਦੇ ਵਿੱਚ 4 ਦਰਜਨ ਤੋਂ ਵੱਧ ਨਾਵਲ ਲਿਖੇ। ਕਹਾਣੀ ਸੰਗ੍ਰਹਿ, ਨਾਵਲ ਲਿਖਣ ਤੋਂ ਬਾਅਦ ਉਸਨੇ ਕਹਾਣੀ ਸੰਗ੍ਰਹਿ ਜਿਵੇਂ ਹੰਝੂਆਂ ਦੇ ਹਾਰ, ਠੰਡੀਆਂ ਛਾਵਾਂ ਵਗੈਰਾ ਆਦਿ ਬਹੁਤ ਸਾਰੇ ਜਿਹੜੇ ਕਹਾਣੀ ਸੰਗ੍ਰਹਿ ਉਹ ਲਿਖੇ ਹਨ। ਉਸ ਤੋਂ ਇਲਾਵਾ ਵੀ ਉਸਨੇ ਸਵੈ ਜੀਵਨੀ ਆਪਣੇ ਬਾਰੇ, ਹੈ ਨਾ, ਸਵੈ ਜੀਵਨੀ, ਮੇਰੀ ਦੁਨੀਆ, ਇਸ ਤਰ੍ਹਾਂ ਦੇ ਨਾਲ ਉਸਨੇ ਵੱਖੋ ਵੱਖਰੀ ਵਿਧਾਵਾਂ ਦੇ ਵਿੱਚ ਰਚਨਾਵਾਂ ਕੀਤੀਆਂ। ਨਾਨਕ ਸਿੰਘ ਦਾ ਜਿਹੜਾ ਨਾਵਲ ਹੈ ਪਵਿੱਤਰ ਪਾਪੀ, ਉਸ ਦੇ ਵਿੱਚ
ਉਹ ਆਪਣੀ ਇੱਕ ਸਮਾਜ ਦੇ ਵਿੱਚ ਜਿਹੜੇ ਮਨੁੱਖ ਵਿਚਰਦੇ ਨੇ ਉਹਨਾਂ ਦੀ ਸੋਚ ਔਰ ਉਹਨਾਂ ਦੇ ਜੋ ਵਿਚਾਰ ਨੇ ਉਸ ਦੇ ਨਾਲ ਜੋ ਜੀਵਨ ਹੈ ਉਹ ਕਿਸ ਤਰ੍ਹਾਂ ਬਦਲਾਵ ਲੈਂਦਾ ਹੈ ਔਰ ਕਿਸ ਤਰ੍ਹਾਂ ਦੇ ਨਾਲ ਉਹ ਬਤੀਤ ਕਰਦੇ ਨੇ, ਉਹਨਾਂ ਦਾ ਜੀਵਨ ਦੇ ਉੱਤੇ ਕੀ ਪ੍ਰਭਾਵ ਪੈਂਦਾ ਹੈ, ਉਹਨਾਂ ਦੀ ਸੋਚ ਦਾ ਇਸ ਨਾਵਲ ਦੇ ਰਾਹੀਂ ਬਿਆਨ ਕਰਦਾ ਹੈ। ਤਾਂ ਅੱਜ ਅਸੀਂ ਜੋ ਇਸ ਨਾਵਲ ਦੀ ਸਿਰਫ ਮੈਂ ਅੱਜ ਕਹਾਣੀ ਬਾਰੇ ਹੀ ਚਰਚਾ ਕਰੂੰਗੀ, ਉਸ ਤੋਂ ਅਗਲੀ ਜਿਹੜਾ ਪ੍ਰਸ਼ਨ ਹੈ ਉਹ ਅਗਲੀ ਵੀਡੀਓ ਦੇ ਵਿੱਚ ਮੈਂ ਦੱਸੂੰਗੀ ਬੱਚੋ। ਸਾਹਿਤਕ ਮੁਲਾਂਕਣ ਬਾਰੇ ਜੋ ਪ੍ਰਮੁੱਖ ਪ੍ਰਸ਼ਨ ਹੈ ਉਹ ਪੁੱਛਿਆ ਜਾਂਦਾ ਹੈ ਪੇਪਰ ਦੇ ਵਿੱਚ, ਤਾਂ ਅੱਜ ਅਸੀਂ ਸਿਰਫ ਇਸ ਦਾ ਵਿਸ਼ਾ ਹੀ ਡਿਸਕਸ ਕਰਾਂਗੇ, ਉਹਦੇ ਬਾਰੇ ਚਰਚਾ ਕਰਾਂਗੇ। ਨਾਵਲ ਨਾਂ ਹੈ ਪਵਿੱਤਰ ਪਾਪੀ। ਇਸ ਦਾ ਵਿਸ਼ਾ ਅਸੀਂ ਦੱਸ ਰਹੀ ਹਾਂ, ਮੈਂ ਵਿਸ਼ਾ ਵਸਤੂ ਬਾਰੇ ਚਰਚਾ ਕਰ ਰਹੀ ਹਾਂ। ਤਾਂ ਨਾਵਲ ਦਾ ਨਾਂ ਹੈ ਪਵਿੱਤਰ ਪਾਪੀ। ਹੁਣ ਕੋਈ ਮਨੁੱਖ ਪਵਿੱਤਰ ਵੀ ਹੋ ਸਕਦਾ ਹੈ ਔਰ ਪਾਪੀ ਵੀ, ਤਾਂ ਉਹ ਦੋਵੇਂ ਸਥਿਤੀਆਂ ਦੇ ਵਿੱਚ ਆਪਣੇ ਜੀਵਨ ਵਿੱਚ ਕਿਸ ਤਰ੍ਹਾਂ ਵਿਚਰਦਾ ਹੈ, ਇਸ ਬਾਰੇ ਨਾਵਲਕਾਰ ਦੱਸ ਰਿਹਾ ਹੈ। ਨਾਨਕ ਸਿੰਘ ਜੋ ਨਾਵਲਕਾਰ ਹੈ ਉਸ ਨੂੰ ਇਸ ਕਹਾਣੀ ਦਾ ਜੋ ਮੁੱਖ ਪਾਤਰ ਹੈ ਉਹ ਮਿਲਦਾ ਹੈ, ਉਸ ਦੇ ਨਾਲ ਉਹ ਵਾਰਤਾਲਾਪ ਕਰਦਾ ਹੈ, ਉਸ ਦੇ ਵਿਚਾਰ ਸੁਣਦਾ ਹੈ, ਉਸ ਦੇ ਜੀਵਨ ਬਾਰੇ ਸੁਣਦਾ ਹੈ ਔਰ ਉਸ ਦੇ ਜੀਵਨ ਨੂੰ ਆਪਣੇ ਸ਼ਬਦਾਂ ਦੇ ਰਾਹੀਂ ਇਸ ਨਾਵਲ ਵਿੱਚ ਬਿਆਨ ਕਰ ਰਿਹਾ ਹੈ। ਨਾਵਲ ਦਾ ਜੋ ਮੁੱਖ ਪਾਤਰ ਹੈ ਉਹ ਕੌਣ ਹੈ? ਕੇਦਾਰ। ਕੇਦਾਰ ਇਸ ਦਾ ਮੁੱਖ ਪਾਤਰ ਹੈ। ਕੇਦਾਰ ਦੇ ਰਾਹੀਂ ਉਸ ਦੇ ਜੀਵਨ ਦੇ ਸ਼ੁਰੂ ਤੋਂ ਲੈ ਕੇ ਅੰਤ ਤੱਕ ਇਸ ਨਾਵਲ ਦੀ ਕਹਾਣੀ ਕੇਦਾਰ ਦੇ ਉੱਤੇ ਚੱਲਦੀ ਹੈ। ਉਸ ਦੇ ਜੀਵਨ ਦੇ ਵੱਖੋ ਵੱਖਰੇ ਉਤਾਰ ਚੜਾਵ ਇਸ ਕਹਾਣੀ ਨੂੰ ਅੱਗੇ ਲੈ ਕੇ ਜਾਂਦੇ ਹਨ, ਅੱਗੇ ਵੱਧਦੀ ਹੈ। ਕੇਦਾਰ ਆਪਣੇ ਆਰਥਿਕ ਸਥਿਤੀ ਦੇ ਵਿੱਚ ਘਿਰਿਆ ਹੋਇਆ ਇੱਕ ਇਨਸਾਨ ਨਜ਼ਰ ਆਉਂਦਾ ਹੈ, ਗਰੀਬ ਪਰਿਵਾਰ ਦੇ ਨਾਲ ਸੰਬੰਧ ਰੱਖਦਾ ਹੈ ਔਰ ਜਦੋਂ ਉਹ ਛੋਟਾ ਬਚਪਨ ਦੇ ਵਿੱਚ ਹੁੰਦਾ ਹੈ, ਜਦੋਂ ਉਹ ਪੜ੍ਹਾਈ ਕਰਦਾ ਹੈ, ਉਹਦੇ ਜੀਵਨ ਵਿੱਚ ਇੱਕ ਆਦਰਸ਼ ਹੁੰਦਾ ਹੈ, ਉੱਚਾ ਆਦਰਸ਼, ਉੱਚੀ ਸੋਚ ਰੱਖਦਾ ਹੈ ਕਿ ਮੈਂ ਆਪਣੇ ਮਾਤਾ ਪਿਤਾ ਦੀ ਬਹੁਤ ਸੇਵਾ ਕਰਕੇ ਇਹਨਾਂ ਨੂੰ ਹਰ ਖੁਸ਼ੀ ਪ੍ਰਦਾਨ ਕਰੂੰਗਾ। ਉਹ ਇਸ ਚੀਜ਼ ਨੂੰ ਮੁੱਖ ਲੈ ਕੇ ਚੱਲਦਾ ਹੈ ਔਰ ਪੜ੍ਹਾਈ ਵੀ ਕਰਦਾ ਹੈ, ਪਰ ਹੁੰਦਾ ਕੀ ਹੈ ਕਿ ਜੋ ਜੀਵਨ ਦੇ ਵਿੱਚ ਵਾਪਰਦਾ ਹੈ ਉਹ ਕਿਸੇ ਨੂੰ ਨਹੀਂ ਪਤਾ ਹੁੰਦਾ। ਕੇਦਾਰ ਦੇ ਪਿਤਾ ਦੀ ਮੌਤ ਹੋ ਜਾਂਦੀ ਹੈ। ਉਸ ਦੀ ਮੌਤ ਦੇ ਨਾਲ ਕੇਦਾਰ ਬਹੁਤ ਤੰਗੀਆਂ ਦੇ ਵਿੱਚ ਪੈ ਜਾਂਦਾ ਹੈ, ਪਰਿਸਥਿਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਸਨੂੰ। ਆਰਥਿਕ ਪਰਿਸਥਿਤੀਆਂ ਜਦੋਂ ਵੀ ਮਨੁੱਖ ਨੂੰ ਘੇਰਦੀਆਂ ਨੇ ਤਾਂ ਉਸ ਦੀ ਜੋ ਸੋਚ ਹੈ ਉਹ ਬਹੁਤ ਅੱਗੇ ਨਹੀਂ ਜਾ ਸਕਦੀ, ਕਿਉਂਕਿ ਉਸ ਨੂੰ ਆਪਣੀ ਰੋਜ਼ੀ ਰੋਟੀ ਦਾ ਪਹਿਲਾਂ ਫਿਕਰ ਪੈ ਜਾਂਦਾ ਹੈ। ਕੇਦਾਰ ਪੜ੍ਹਾਈ ਜਦੋਂ ਕਰਦਾ ਜਾਂਦਾ ਹੈ ਉਹ ਫਿਰ ਵੀ ਮਨ ਲਗਾ ਕੇ ਪੜ੍ਹਦਾ ਹੈ, ਕੰਮ ਦੀ ਵੀ ਸੋਚ ਰੱਖਦਾ ਹੈ, ਪਰ ਹੁੰਦਾ ਕੀ ਹੈ ਉੱਥੇ ਵੀ ਜੋ ਪ੍ਰਸਥਿਤੀਆਂ ਨੇ ਉਸ ਦੇ ਖਿਲਾਫ ਹੀ ਜਿਵੇਂ ਟਕਰਾਵ ਦੀ ਸਥਿਤੀਆਂ ਵਿੱਚ ਉਤਪੰਨ ਹੁੰਦੀਆਂ ਹਨ ਔਰ ਕਿਸ ਤਰ੍ਹਾਂ ਦੇ ਨਾਲ ਉਸ ਦੇ ਮਾਤਾ ਦਾ ਵੀ ਦੇਹਾਂਤ ਹੋ ਜਾਂਦਾ ਹੈ। ਮਾਤਾ ਪਿਤਾ ਦੀ ਮੌਤ ਤੋਂ ਬਾਅਦ ਉਸ ਨੂੰ ਇੰਜ ਲੱਗਦਾ ਹੈ ਕਿ ਜੋ ਉਸ ਦਾ ਜੀਵਨ ਹੈ ਉਹ ਰੋਜ਼ੀ ਰੋਟੀ ਕਮਾਉਣਾ ਉਸ ਦੇ ਲਈ ਇੱਕ ਮੁੱਖ ਵਿਸ਼ਾ ਹੋ ਜਾਂਦਾ ਹੈ। ਉਹ ਉਸ ਦਾ ਮੁੱਖ ਉਦੇਸ਼ ਪਹਿਲਾਂ ਕੀ ਬਣਦਾ ਹੈ ਕਿ ਮੈਂ ਰੋਜ਼ੀ ਰੋਟੀ ਕਮਾਣੀ ਹੈ ਜਾਂ ਮੈਨੂੰ ਬਾਹਰ ਨਿਕਲਣਾ ਪਵੇਗਾ। ਉਸ ਦੀ ਆਰਥਿਕ ਪਰਿਸਥਿਤੀਆਂ ਉਸ ਨੂੰ ਅੱਗੇ ਪੜਨ ਨਹੀਂ ਦਿੰਦੀਆਂ। ਉਹ ਘਰ ਤੋਂ ਬਾਹਰ ਨਿਕਲ ਜਾਂਦਾ ਹੈ ਔਰ ਜਦੋਂ ਉਹ ਘਰ ਤੋਂ ਨਿਕਲਦਾ ਹੈ ਤਾਂ ਕੰਮ ਦੀ ਤਲਾਸ਼ ਦੇ ਵਿੱਚ, ਰੋਜ਼ੀ ਰੋਟੀ ਦੀ ਤਲਾਸ਼ ਦੇ ਵਿੱਚ ਜਾਂਦਾ ਹੈ। ਜਦੋਂ ਉਹ ਚੱਲਦਾ ਜਾਂਦਾ ਹੈ ਤਾਂ ਉਹ ਕਿੱਥੇ ਰੁਕਦਾ ਹੈ? ਜਾ ਕੇ ਰਾਵਲਪਿੰਡੀ ਸ਼ਹਿਰ ਦੇ ਵਿੱਚ। ਤਾਂ ਉੱਥੇ ਉਸ ਰਾਵਲਪਿੰਡੀ ਜਿਹੜਾ ਪਾਕਿਸਤਾਨ ਦੇ ਵਿੱਚ ਸ਼ਹਿਰ ਹੈ ਉਸ ਦੇ ਵਿੱਚ ਉਹ ਆਪਣਾ ਕੰਮਕਾਰ ਲੱਭਦਾ ਹੈ। ਉਹ ਤੁਰਦੇ ਤੁਰਦੇ ਉਸ ਨੂੰ ਇੱਕ ਦੁਕਾਨ ਨਜ਼ਰ ਆਉਂਦੀ ਹੈ ਜਿਹੜੀ ਘੜੀਆਂ ਦੀ ਦੁਕਾਨ ਹੁੰਦੀ ਹੈ ਔਰ ਕਿਸ ਦੀ ਦੁਕਾਨ ਹੁੰਦੀ ਹੈ? ਸਰਦਾਰ ਅਤਰ ਸਿੰਘ ਦੀ। ਇਹ ਬੱਚੋ ਤੁਸੀਂ ਯਾਦ ਰੱਖਣੇ ਨੇ ਪਾਤਰ। ਸਰਦਾਰ ਅਤਰ ਸਿੰਘ ਦੀ ਦੁਕਾਨ ਹੁੰਦੀ ਹੈ ਔਰ ਕਿਸ ਚੀਜ਼ ਦੀ ਹੁੰਦੀ ਹੈ? ਘੜੀ ਸਾਜ਼ ਦੀ। ਘੜੀ ਸਾਜ਼ ਦੀ ਉਹ ਦੁਕਾਨ ਦੇ ਉੱਤੇ ਜਾਂਦਾ ਹੈ ਤਾਂ ਉਹ ਕੰਮ ਦੇ ਬਾਰੇ ਪੁੱਛਦਾ ਹੈ, ਕੰਮ ਮੰਗਦਾ ਹੈ ਕਿ ਮੈਨੂੰ ਨੌਕਰੀ ਤੇ ਰੱਖ ਲਓ। ਅਤਰ ਸਿੰਘ ਉਸ ਨੂੰ ਮਨਾ ਕਰ ਦਿੰਦਾ ਹੈ ਪਹਿਲਾਂ ਕਿ ਉਸ ਦੇ ਕੋਲ ਪਹਿਲਾਂ ਹੀ ਇੱਕ ਕਾਰੀਗਰ ਕੌਣ ਲੱਗਿਆ ਹੁੰਦਾ ਹੈ? ਪੰਨਾ ਲਾਲ, ਜਿਹੜਾ ਘੜੀਆਂ ਦਾ ਕੰਮ ਜਾਣਦਾ ਹੈ। ਤਾਂ ਪੰਨਾ ਲਾਲ ਉਸ ਦੀ ਦੁਕਾਨ ਦੇ ਉੱਤੇ ਪਹਿਲਾਂ ਹੀ ਕੰਮ ਕਰਨ ਵਾਲਾ ਕਾਰੀਗਰ ਹੁੰਦਾ ਹੈ। ਪੰਨਾ ਲਾਲ ਵੀ ਇੱਕ ਗਰੀਬ ਪਰਿਵਾਰ ਦੇ ਨਾਲ ਸੰਬੰਧ ਰੱਖਦਾ ਹੈ। ਉਹ ਇੱਕ ਵਿਆਹਿਆ ਹੋਇਆ ਇਨਸਾਨ ਹੈ, ਉਸ ਦੀ ਪਤਨੀ, ਉਸ ਦੇ ਬੱਚੇ ਉਸ ਦੇ ਘਰ ਵਿੱਚ ਹਨ। ਉਹਨਾਂ ਦੇ ਗੁਜ਼ਾਰੇ ਦੇ ਲਈ ਉਹ ਕੰਮ ਕਰ ਰਿਹਾ ਹੁੰਦਾ ਹੈ। ਜਦੋਂ ਇਹ ਨੌਕਰੀ ਦੇ ਵਿੱਚ
ਪੰਨਾ ਲਾਲ ਹੁੰਦਾ ਹੈ ਜਦੋਂ ਕੇਦਾਰ ਉੱਥੇ ਆਂਦਾ ਹੈ, ਉਸ ਦਾ ਆਉਣਾ ਉਸ ਦੇ ਜੀਵਨ ਦਾ ਇੱਕ ਨਵਾਂ ਪਹਿਲੂ ਉਜਾਗਰ ਹੋ ਜਾਂਦਾ ਹੈ, ਉਸ ਦਾ ਜੀਵਨ ਇੱਕ ਨਵਾਂ ਮੋੜ ਲੈ ਲੈਂਦਾ ਹੈ। ਹੁੰਦਾ ਕੀ ਹੈ, ਕੇਦਾਰ ਵਧੀਆ ਕੰਮ ਕਰਦਾ ਹੈ, ਹੱਥ ਦਾ ਹੁਨਰ ਉਸ ਦੇ ਵਿੱਚ ਇੰਨਾ ਹੁੰਦਾ ਹੈ ਕਿ ਜਦੋਂ ਘੜੀ ਸਾਜੀ ਦਾ ਕੰਮ ਸਿੱਖਦਾ ਹੈ ਉਹ ਪੰਨਾ ਲਾਲ ਤੋਂ ਵੀ ਜ਼ਿਆਦਾ ਚੰਗਾ ਕੰਮ ਕਰਦਾ ਹੈ। ਉਸ ਦੇ ਹੁਨਰ ਨੂੰ ਅਤਰ ਸਿੰਘ ਪਛਾਣ ਲੈਂਦਾ ਹੈ ਔਰ ਉਹ ਕੀ ਕਰਦਾ ਹੈ ਕਿ ਜੋ ਪੰਨਾ ਲਾਲ ਹੈ ਉਸ ਨੂੰ ਨੌਕਰੀ ਤੋਂ ਕੱਢ ਦਿੰਦਾ ਹੈ। ਪੰਨਾ ਲਾਲ ਦੀ ਨੌਕਰੀ ਚਲੀ ਜਾਂਦੀ ਹੈ, ਉਹ ਦੁਖੀ ਹੋ ਕੇ ਆਪਣੇ ਘਰ ਵਾਪਸ ਚਲਾ ਜਾਂਦਾ ਹੈ। ਕੇਦਾਰ ਨੂੰ ਉਹ ਘੜੀ ਸਾਜੀ ਦੀ ਦੁਕਾਨ ਦੇ ਉੱਤੇ ਕੰਮ ਮਿਲ ਜਾਂਦਾ ਹੈ। ਉਹ 2500 ਰੁਪਏ ਤਨਖਾਹ ਵੇਤਨ ਉਸ ਨੂੰ ਦੇਣ ਦੀ ਗੱਲ ਕਰਦਾ ਹੈ ਔਰ ਉਸ ਤੋਂ ਜ਼ਿਆਦਾ ਦਿੰਦਾ ਹੈ। ਪੰਨਾ ਲਾਲ ਨੂੰ ਉਹ ਜਦ ਕਿ 1500 ਦਿੰਦਾ ਹੈ ਔਰ ਉਸ ਨੂੰ 2500 ਰੁਪਏ ਵੱਧ ਤਨਖਾਹ ਦੇ ਉੱਤੇ ਰੱਖ ਲੈਂਦਾ ਹੈ। ਤਾਂ ਇਸ ਤਰ੍ਹਾਂ ਦੇ ਨਾਲ ਕੇਦਾਰ ਆਪਣੇ ਹੁਨਰ ਦੇ ਨਾਲ ਉਹ ਜਗ੍ਹਾ ਬਣਾ ਲੈਂਦਾ ਹੈ। ਦੂਜੇ ਪਾਸੇ ਉਹ ਨਾਵਲ ਦੀ ਜਿਹੜੀ ਕਹਾਣੀ ਚੱਲ ਰਹੀ ਹੈ ਉਹ ਕੀ ਹੈ ਕਿ ਜੋ ਪੰਨਾ ਲਾਲ ਹੈ ਘਰ ਜਾਂਦਾ ਹੈ, ਉਹ ਦੁਖੀ ਰਹਿੰਦਾ ਹੈ, ਰੋਜ਼ੀ ਰੋਟੀ ਨਹੀਂ ਚੱਲਦੀ, ਕੰਮਕਾਰ ਉਸ ਨੂੰ ਨਹੀਂ ਲੱਭਦਾ। ਉਹ ਦੁਖੀ ਹੋ ਕੇ ਆਤਮ ਹੱਤਿਆ ਦੇ ਇਰਾਦੇ ਨਾਲ ਕਿੱਥੇ ਚਲਾ ਜਾਂਦਾ ਹੈ, ਘਰ-ਬਾਰ ਛੱਡ ਕੇ ਹਰਿਦੁਆਰ ਚਲਾ ਜਾਂਦਾ ਹੈ। ਇਹ 1 ਨੰਬਰ ਦੇ ਪ੍ਰਸ਼ਨ ਵਿੱਚ ਪੁੱਛਿਆ ਜਾਂਦਾ ਹੈ। ਜੋ ਪੰਨਾ ਲਾਲ ਹੈ ਉਹ ਆਤਮ ਹੱਤਿਆ ਲਈ ਕਿੱਥੇ ਜਾਂਦਾ ਹੈ ਜੀ? ਹਰਿਦੁਆਰ ਚਲਾ ਜਾਂਦਾ ਹੈ। ਕੇਦਾਰ ਨੂੰ ਜਦੋਂ ਇਸ ਗੱਲ ਦਾ ਪਤਾ ਚੱਲਦਾ ਹੈ ਕਿ ਜੋ ਇਸ ਦੁਕਾਨ ਦੇ ਉੱਤੇ ਪਹਿਲਾਂ ਕੰਮ ਕਰ ਰਿਹਾ ਹੁੰਦਾ ਹੈ ਪੰਨਾ ਲਾਲ, ਉਹ ਮੇਰੇ ਕਰਕੇ ਆਪਣਾ ਘਰ-ਬਾਰ ਛੱਡ ਕੇ ਮੌਤ ਦੇ ਲਈ ਚਲਾ ਗਿਆ ਹੈ ਜਾਂ ਮਰਨ ਦੇ ਲਈ ਚਲਾ ਗਿਆ ਹੈ, ਉਸ ਨੂੰ ਆਪਣੇ ਆਪ ਨੂੰ ਗਲਾਨੀ ਮਹਿਸੂਸ ਹੁੰਦੀ ਹੈ, ਆਪਣੇ ਆਪ ਤੇ ਪਛਤਾਵਾ ਹੁੰਦਾ ਹੈ ਕਿ ਮੈਂ ਸ਼ਾਇਦ ਇਸ ਪਾਪ ਦਾ ਜ਼ਿੰਮੇਵਾਰ ਹਾਂ। ਤਾਂ ਇਸ ਤਰ੍ਹਾਂ ਦੇ ਨਾਲ ਉਹ ਇੱਕ ਆਦਰਸ਼ਵਾਦੀ ਪਾਤਰ ਆਪਣੇ ਮਾਤਾ-ਪਿਤਾ ਦੀ ਸੇਵਾ ਕਰਨ ਦੇ ਇਰਾਦੇ ਨਾਲ ਚੱਲਦਾ ਹੈ, ਉਹ ਆਦਰਸ਼ਵਾਦੀ ਜਾਪਦਾ ਹੈ। ਜਦੋਂ ਉਹ ਆਪਣੇ ਆਪ ਨੂੰ ਇਸ ਤਰ੍ਹਾਂ ਸੋਚਦਾ ਹੈ ਤਾਂ ਲੱਗਦਾ ਹੈ ਕਿ ਸ਼ਾਇਦ ਉਹ ਇੱਕ ਆਪਣੇ ਆਪ ਨੂੰ ਪਾਪੀ ਮੰਨ ਰਿਹਾ ਹੈ। ਤਾਂ ਉਹ ਕੀ ਕਰਦਾ ਹੈ ਕਿ ਉਹ ਉਸਦੇ ਘਰ ਵਿੱਚ ਜਾਂਦਾ ਹੈ। ਪੰਨਾ ਲਾਲ ਦੀ ਪਤਨੀ ਉਸਦੇ ਘਰ ਵਿੱਚ ਕੌਣ ਹੈ? ਮਾਇਆ ਘਰ ਵਿੱਚ ਹੁੰਦੀ ਹੈ ਔਰ ਕੌਣ ਹੈ ਇਹ? ਪੰਨਾ ਲਾਲ ਦੀ ਪਤਨੀ। ਇਹ ਵੀ ਪ੍ਰਸ਼ਨ ਪੁੱਛਿਆ ਜਾਂਦਾ ਹੈ ਕਿ ਮਾਇਆ ਇਸ ਨਾਵਲ ਵਿੱਚ ਕੌਣ ਹੈ? ਤਾਂ ਉਹ ਉਸ ਨੂੰ ਮਿਲਦਾ ਹੈ ਔਰ ਉਸ ਨੂੰ ਸਾਰੀ ਗੱਲਬਾਤ ਪੁੱਛਦਾ ਹੈ ਔਰ ਦੱਸਦਾ ਕੀ ਹੈ? ਝੂਠ ਦੱਸਦਾ ਹੈ, ਕਿਉਂਕਿ ਮਾਇਆ ਨੂੰ ਨਹੀਂ ਪਤਾ ਕਿ ਪੰਨਾ ਲਾਲ ਘਰ ਛੱਡ ਕੇ ਮੌਤ ਦੇ ਲਈ ਚਲਾ ਗਿਆ ਹੈ। ਘਰ ਦੇ ਕਿਸੇ ਜੀਵ ਨੂੰ ਇਸ ਬਾਰੇ ਨਹੀਂ ਪਤਾ ਹੁੰਦਾ। ਕੇਦਾਰ ਦੱਸਦਾ ਹੈ, ਝੂਠ ਬੋਲਦਾ ਹੈ ਕਿ ਜੋ ਅਤਰ ਸਿੰਘ ਹੈ, ਜੋ ਦੁਕਾਨ ਦਾ ਮਾਲਕ ਹੈ, ਉਸ ਨੇ ਉਸ ਨੂੰ ਕੰਮ ਦੇ ਲਈ ਕਿਥੇ ਬਾਹਰ ਬੰਬੇ ਭੇਜਿਆ ਹੈ। ਤਾਂ ਜਿਹੜਾ ਉਹ ਬਾਹਰ ਦੇ ਸ਼ਹਿਰ ਦੀ ਗੱਲ ਕਰਦਾ ਹੈ ਕਿ ਉੱਥੇ ਉਹ ਗਿਆ ਹੋਇਆ ਹੈ, ਮੁੰਬਈ ਦੇ ਵਿੱਚ ਉਹ ਗਿਆ ਹੈ, ਉਹ ਕੁਝ ਚਿਰ ਬਾਅਦ ਵਾਪਸ ਪਰਤੇਗਾ। ਉਹਨਾਂ ਚਿਰ ਮੈਂ ਆਪ ਜੀ ਦੇ ਜਿਹੜਾ ਘਰ ਹੈ ਉਸਦੇ ਜੋ ਵੀ ਖਰਚਾ ਹੈ, ਜੋ ਕੁਝ ਵੀ ਜ਼ਰੂਰਤ ਹੋਏਗੀ, ਮੈਂ ਉਸਦੀ ਮਦਦ ਕਰਾਂਗਾ, ਮੈਂ ਆਪ ਜੀ ਦੇ ਲਈ ਆਇਆ ਹਾਂ। ਤਾਂ ਮਾਇਆ ਨੂੰ ਬਹੁਤ ਖੁਸ਼ੀ ਵੀ ਹੁੰਦੀ ਹੈ ਔਰ ਇਹ ਵੀ ਹੁੰਦਾ ਹੈ ਕਿ ਉਹ ਬਿਨਾਂ ਦੱਸੇ ਹੀ ਸਾਨੂੰ ਚਲਾ ਗਿਆ ਹੈ, ਕਿ ਇਹ ਗੱਲ ਸਾਨੂੰ ਦੱਸਣੀ ਚਾਹੀਦੀ ਸੀ। ਮਾਇਆ ਉਸ ਨੂੰ ਪਹਿਲਾਂ ਤਾਂ ਭਰਾ ਜੀ ਕਹਿੰਦੀ ਹੈ ਕੇਦਾਰ ਨੂੰ, ਜਦੋਂ ਉਹ ਆਂਦਾ ਹੈ, ਜਦੋਂ ਉਹ ਉਹਨਾਂ ਦੀ ਮਦਦ ਕਰਦਾ ਹੈ ਰੁਪਏ ਪੈਸੇ ਨਾਲ, ਹੋਰ ਕੰਮਕਾਰ ਵਿੱਚ ਬਹੁਤ ਮਦਦ ਕਰਦਾ ਹੈ, ਤਾਂ ਮਾਇਆ ਨੂੰ ਉਹ ਕੇਦਾਰ ਆਪਣਾ ਪੁੱਤ ਜਾਪਦਾ ਹੈ, ਆਪਣੇ ਪੁੱਤਰਾਂ ਦੀ ਤਰ੍ਹਾਂ ਉਸ ਨੂੰ ਉਹ ਮੰਨਦੀ ਹੈ। ਉਹ ਉਸ ਨੂੰ ਇੱਕ ਧਰਮ ਮਾਂ ਨਜ਼ਰ ਆਉਂਦੀ ਹੈ। ਕੇਦਾਰ ਨੂੰ ਮਾਇਆ ਧਰਮ ਮਾਂ ਨਜ਼ਰ ਆਉਂਦੀ ਹੈ। ਮਾਇਆ ਦੀ ਧੀ ਹੈ ਕੌਣ? ਵੀਨਾ। ਇਹ ਯਾਦ ਰੱਖਣਾ ਹੈ, ਮਾਇਆ ਦੀ ਧੀ ਕੌਣ ਹੈ ਜੀ? ਵੀਨਾ। ਵੀਨਾ ਇੱਕ ਸੁਸ਼ੀਲ, ਨੇਕ, ਗੁਣਾ ਵਾਲੀ ਔਰ ਬਹੁਤ ਸੁੰਦਰ ਕੁੜੀ ਹੈ, ਮੁਟਿਆਰ ਹੈ, ਜਿਹੜੀ ਆਪਣੇ ਪਰਿਵਾਰ ਦੇ ਵਿੱਚ ਵੱਡੀ ਹੈ। ਉਸਦਾ ਇੱਕ ਭਰਾ ਹੈ ਬਸੰਤ, ਉਹਦੀ ਇੱਕ ਭੈਣ ਹੈ। ਤਾਂ ਉਹਨਾਂ ਵਿੱਚ ਉਹ ਦੋਵੇਂ ਬੱਚਿਆਂ ਦੇ ਵਿੱਚ ਉਹ ਵੱਡੀ ਹੁੰਦੀ ਹੈ। ਉਹ ਘਰ ਦੇ ਉਹ ਬੱਚਿਆਂ ਨੂੰ ਵੀ ਸੰਭਾਲ ਕੇ ਰੱਖਦੀ ਹੈ, ਹੋਰ ਕੰਮਕਾਰ ਵੀ ਕਰਦੀ ਹੈ, ਮਾਂ ਦੀ ਮਦਦ ਵੀ ਕਰਦੀ ਹੈ ਹਰ ਕੰਮ ਵਿੱਚ। ਤਾਂ ਇਸ ਤਰ੍ਹਾਂ ਦੇ ਨਾਲ ਜੋ ਕੇਦਾਰ ਨੂੰ ਜਦੋਂ ਉਹ ਇਸ ਤਰ੍ਹਾਂ ਦੇ ਨਾਲ ਨਜ਼ਰ ਆਉਂਦੀ ਹੈ ਤਾਂ ਉਸ ਨੂੰ ਸੋਚਦਾ ਹੈ ਕਿ ਅਜਿਹੀ ਜਿਹੜੀ ਕੁੜੀ ਹੈ ਉਹੀ ਮੇਰੀ ਜੀਵਨ ਸਾਥੀ ਬਣਨੀ ਚਾਹੀਦੀ ਹੈ, ਕਿ ਇਸ ਤਰ੍ਹਾਂ ਦਾ ਸਾਥੀ ਹੀ ਮੇਰੇ ਜੀਵਨ ਵਿੱਚ ਆਉਣਾ ਚਾਹੀਦਾ ਹੈ। ਹੁੰਦਾ ਕੀ ਹੈ ਕਿ ਜਦੋਂ ਕੇਦਾਰ ਵੀਨਾ ਦੇ ਨਾਲ ਗੱਲਬਾਤ ਕਰਦਾ ਹੈ ਤਾਂ ਉਸ ਨੂੰ ਪਤਾ ਚੱਲਦਾ ਹੈ ਕਿ ਉਹ ਉਸ ਨੂੰ ਵੀਰ ਮੰਨਦੀ ਹੈ, ਉਸ ਨੂੰ ਭਰਾ ਆਖਦੀ ਹੈ। ਉਹ ਆਪਣੇ ਆਪ ਵਿੱਚ ਪਛਤਾਤਾਪ ਦੇ ਵਿੱਚ
ਰਹਿ ਜਾਂਦਾ ਹੈ ਔਰ ਉਹ ਆਪਣੇ ਆਪ ਨੂੰ ਉਸ ਤੋਂ ਵੀ ਵੱਡਾ ਪਾਪੀ ਮੰਨਣਾ ਸ਼ੁਰੂ ਕਰ ਦਿੰਦਾ ਹੈ। ਔਰ ਕੀ ਕਰਦਾ ਹੈ ਕਿ ਮਾਇਆ ਦਾ ਜਿਹੜੀ ਵੀਨਾ ਹੈ ਉਸ ਦਾ ਰਿਸ਼ਤਾ ਜਿਸ ਪਰਿਵਾਰ ਦੇ ਵਿੱਚ ਪੰਨਾ ਲਾਲ ਕਰਕੇ ਜਾਂਦਾ ਹੈ, ਉਹ ਥੋੜੇ ਲਾਲਚੀ ਜਿਹੇ ਲੋਕ ਨੇ, ਲੇਕਿਨ ਫਿਰ ਵੀ ਉਹ ਪੈਸੇ ਦੇ ਨਾਲ ਜਾਂ ਕਹਿ ਲਓ ਕਿ ਇਕੱਠਾ ਕਰਕੇ ਉਸ ਦੇ ਵਿਆਹ ਦੇ ਵਿੱਚ ਮਦਦ ਕਰਦਾ ਹੈ, ਉਸ ਦਾ ਵਿਆਹ ਕਰਦਾ ਹੈ। ਔਰ ਉਸ ਤੋਂ ਬਾਅਦ ਉਹ ਘਰ ਛੱਡ ਕੇ ਉੱਥੋਂ ਦੀ ਕਿਦਾਰ ਕਿੱਥੇ ਚਲਾ ਜਾਂਦਾ ਹੈ? ਅੰਮ੍ਰਿਤਸਰ ਦੇ ਵਿੱਚ। ਰਾਵਲਪਿੰਡੀ ਛੱਡ ਕੇ ਉਹ ਕਿੱਥੇ ਜਾਂਦਾ ਹੈ? ਅੰਮ੍ਰਿਤਸਰ। ਇਹ ਯਾਦ ਰੱਖਣਾ ਹੈ ਬੱਚਿਓ। ਅੰਮ੍ਰਿਤਸਰ ਸ਼ਹਿਰ ਦੇ ਵਿੱਚ ਜਦੋਂ ਕੇਦਾਰ ਜਾਂਦਾ ਹੈ ਤਾਂ ਉੱਥੇ ਆਪਣਾ ਕੰਮ ਲੱਭਦਾ ਹੈ। ਔਰ ਕਿਹੜਾ ਕੰਮ ਕਰਦਾ ਹੈ? ਘੜੀ ਸਾਜੀ ਦਾ ਹੀ। ਤਾਂ ਘੜੀਆਂ ਦਾ ਉਸ ਨੂੰ ਇੱਕ ਅਜਿਹਾ ਹੁਨਰ ਹੁੰਦਾ ਹੈ ਕਿ ਉਹ ਇੱਕ ਘੜੀ ਨੂੰ ਨਵਾਂ ਰੂਪ ਦੇ ਦਿੰਦਾ ਹੈ। ਉਹ ਕਿਰਾਏ ਦੇ ਉੱਤੇ ਦੁਕਾਨ ਲੈਂਦਾ ਹੈ ਔਰ ਜਦੋਂ ਉਸ ਨੂੰ ਚਲਾਉਂਦਾ ਹੈ ਤਾਂ ਬਹੁਤ ਘੱਟ ਸਮੇਂ ਵਿੱਚ ਹੀ ਪ੍ਰਸਿੱਧ ਹੋ ਜਾਂਦਾ ਹੈ, ਮਸ਼ਹੂਰ ਹੋ ਜਾਂਦਾ ਹੈ। ਔਰ ਕਿਸ ਨਾਮ ਦੇ ਨਾਲ ਮਸ਼ਹੂਰ ਹੁੰਦਾ ਹੈ? ਮਿਸਟਰ ਕਮਾਲ। ਜਿੰਨੇ ਵੀ ਲੋਕ ਉੱਥੇ ਹੁੰਦੇ ਨੇ ਉਹ ਉਸ ਨੂੰ ਮਿਸਟਰ ਕਮਾਲ ਦੇ ਨਾਮ ਦੇ ਨਾਲ ਜਾਣਦੇ ਹਨ। ਉਹ ਮਸ਼ਹੂਰ ਹੁੰਦਾ ਹੈ। 1 ਨੰਬਰ ਦੇ ਪ੍ਰਸ਼ਨ ਵਿੱਚ ਪੁੱਛਿਆ ਜਾਂਦਾ ਹੈ ਕਿ ਜੋ ਕੇਦਾਰ ਹੈ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਕਿਸ ਨਾਂ ਦੇ ਨਾਲ ਮਸ਼ਹੂਰ ਹੁੰਦਾ ਹੈ, ਮਸ਼ਹੂਰ ਹੋਇਆ ਸੀ? ਮਿਸਟਰ ਕਮਾਲ ਕੌਣ ਸੀ? ਤਾਂ ਕੇਦਾਰ ਹੈ। ਤਾਂ ਉਹ ਕੜੀਆਂ ਦੀ ਕੰਮ ਕਰਦਾ ਹੈ ਔਰ ਉਸ ਦੇ ਮਨ ਵਿੱਚ ਇੱਕ ਕਿਹੜਾ ਵਿਚਾਰ ਹੈ ਕਿ ਮੈਂ ਜੋ ਕਮਾਣਾ ਹੈ ਉਹ ਕਿੱਥੇ ਦੇਣਾ ਹੈ? ਪੰਨਾ ਲਾਲ ਦੇ ਪਰਿਵਾਰ ਨੂੰ ਉਹ ਪੈਸੇ ਭੇਜਦਾ ਰਹਿੰਦਾ ਹੈ। ਮਾਇਆ ਨੂੰ ਇਸ ਗੱਲ ਦਾ ਨਹੀਂ ਪਤਾ ਹੁੰਦਾ, ਉਹ ਬਸ ਉਹਨੂੰ ਪਤਾ ਹੈ ਕਿ ਕੇਦਾਰ ਉਸ ਨੂੰ ਪੈਸੇ ਭੇਜ ਰਿਹਾ ਹੈ। ਜਦੋਂ ਪੰਨਾ ਲਾਲ ਬਹੁਤ ਸਮਾਂ ਬੀਤ ਜਾਂਦਾ ਹੈ, ਉਹ ਵਾਪਸ ਘਰ ਆ ਜਾਂਦਾ ਹੈ, ਮਾਇਆ ਨੂੰ ਸਾਰੀ ਗੱਲਬਾਤ ਦੱਸਦਾ ਹੈ ਕਿ ਮੈਂ ਆਤਮ ਹੱਤਿਆ ਦੇ ਇਰਾਦੇ ਨਾਲ ਗਿਆ ਸੀ ਔਰ ਇਸ ਤਰ੍ਹਾਂ ਦੇ ਨਾਲ। ਜਦੋਂ ਮਾਇਆ ਨੂੰ ਸਭ ਕੁਝ ਪਤਾ ਚੱਲਦਾ ਹੈ ਤਾਂ ਉਹ ਬਹੁਤ ਰੋਂਦੀ ਹੈ ਔਰ ਸਾਰੀ ਗੱਲ ਉਸ ਨੂੰ ਦੱਸਦੀ ਹੈ ਔਰ ਅਫਸੋਸ ਕਰਦੀ ਹੈ ਕਿ ਅਸੀਂ ਉਸ ਨੂੰ ਪਹਿਚਾਣ ਨਹੀਂ ਸਕੇ। ਉਹ ਦੂਜੇ ਪਾਸੇ ਜੋ ਕੇਦਾਰ ਹੈ, ਜਦੋਂ ਨਾਵਲਕਾਰ ਨਾਨਕ ਸਿੰਘ ਉਸ ਨੂੰ ਮਿਲਦਾ ਹੈ ਅੰਮ੍ਰਿਤਸਰ ਵਿੱਚ, ਉਹ ਇਹ ਸਾਰੀ ਗੱਲਬਾਤ ਸੁਣ ਰਿਹਾ ਹੈ ਤਾਂ ਨਾਨਕ ਸਿੰਘ ਦੱਸਦਾ ਹੈ ਕਿ ਜੋ ਉਸ ਦਾ ਜੀਵਨ ਸੀ ਅੰਮ੍ਰਿਤਸਰ ਦੇ ਵਿੱਚ, ਉਹ ਕੰਮਕਾਰ ਦਿਨ ਰਾਤ ਕੰਮਕਾਰ ਕਰਦਾ, ਉਹੀ ਘੜੀਆਂ ਬਣਾਉਣ ਦਾ ਕੰਮ ਕਰਦਾ ਹੈ। ਨਾਲ ਹੀ ਉਸ ਨੂੰ ਇੱਕ ਲੱਤ ਕਹਿ ਲਓ ਜਾਂ ਇਹ ਕਹਿ ਲਓ ਕਿ ਇੱਕ ਆਦਤ ਪੈ ਜਾਂਦੀ ਹੈ ਸਿਗਰਟ ਪੀਣ ਦੀ, ਕਿਉਂਕਿ ਉਹ ਬਹੁਤ ਜ਼ਿਆਦਾ ਪਰੇਸ਼ਾਨ ਰਹਿੰਦਾ ਹੈ, ਦਿਮਾਗ ਤੋਂ ਸੋਚਦਾ ਹੈ। ਔਰ ਦੂਜਾ ਕੀ ਕਿ ਆਪਣੇ ਆਪ ਨੂੰ ਪਾਪੀ ਮੰਨਦਾ ਹੈ। ਤਾਂ ਇਸ ਤਰ੍ਹਾਂ ਦੇ ਨਾਲ ਉਹ ਆਪਣੇ ਜੀਵਨ ਨੂੰ ਇੱਕ ਪਛਤਾਤਾਪ ਦੇ ਵਿੱਚ ਕੱਢਦਾ ਹੈ। ਇਸ ਦੇ ਨਾਲ ਹੀ ਉਹ ਕੰਮ ਕਰਦੇ ਹੋਏ ਦਿਨ ਰਾਤ ਜਦੋਂ ਕੰਮ ਕਰਦਾ ਹੈ, ਚਾਹ ਪੀਂਦਾ ਹੈ। ਔਰ ਚਾਹ ਕਿਸ ਤਰ੍ਹਾਂ ਦੀ ਪੀਂਦਾ ਹੈ? ਪਾਣੀ ਦੇ ਵਿੱਚ ਸਿਰਫ ਪੱਤੀ ਪਾਉਂਦਾ ਹੈ, ਨਾ ਉਹ ਚੀਨੀ ਨਾ ਦੁੱਧ। ਉਹ ਕਾੜੇ ਨੂੰ ਹਮੇਸ਼ਾ ਪੀਂਦਾ ਹੈ, ਜਿਸ ਇਹ ਸਿਗਰਟ ਦੀ ਆਦਤ ਔਰ ਇਹ ਕਾੜਾ ਉਸ ਦੀ ਮੌਤ ਦਾ ਕਾਰਨ ਬਣਦਾ ਹੈ। ਉਸ ਨੂੰ ਇੱਕ ਭਿਆਨਕ ਰੋਗ ਹੋ ਜਾਂਦਾ ਹੈ ਜਿਸ ਕਰਕੇ ਉਸ ਦੀ ਅੰਤ ਜੋ ਨਾਵਲ ਦਾ ਹੈ ਉਸ ਦੀ ਮੌਤ ਦੱਸਿਆ ਗਿਆ ਹੈ। ਤਾਂ ਉਹ ਪਾਪੀ ਆਪਣੇ ਆਪ ਨੂੰ ਸਮਝਦਾ ਹੋਇਆ ਪਰ ਉੱਚੇ ਆਦਰਸ਼ ਦੀ ਪ੍ਰਾਪਤੀ ਦੇ ਲਈ ਕੰਮ ਕਰਦਾ ਹੈ। ਤਾਂ ਸ਼ਾਇਦ ਜੋ ਨਾਨਕ ਸਿੰਘ ਹੈ ਉਸ ਨੂੰ ਉਹ ਪਾਪੀ ਵੀ ਜਾਪਦਾ ਹੈ ਔਰ ਪਵਿੱਤਰ ਵੀ ਜਾਪਦਾ ਹੈ। ਇਸ ਤਰ੍ਹਾਂ ਦੇ ਨਾਲ ਉਹ ਨਾਵਲ ਨੂੰ ਲਿਖਦਾ ਹੈ ਕਿ ਉਸ ਦੇ ਜੀਵਨ ਦੇ ਬਾਰੇ। ਔਰ ਅੰਤ ਵਿੱਚ ਕੀ ਦੱਸਿਆ ਗਿਆ ਹੈ ਕਿ ਜਦੋਂ ਮਾਇਆ ਨੂੰ ਔਰ ਪੰਨਾ ਲਾਲ ਨੂੰ ਪਤਾ ਲੱਗਦਾ ਹੈ ਕਿ ਕੇਦਾਰ ਅੰਮ੍ਰਿਤਸਰ ਗਿਆ ਹੋਇਆ ਹੈ ਜਾਂ ਉੱਥੇ ਰਹਿੰਦਾ ਹੈ, ਤਾਂ ਉਹ ਪੁੱਛਦੇ ਹੋਏ ਜਾਂ ਪਤਾ ਰੱਖਦੇ ਹੋਏ ਉਹ ਆਂਦੇ ਨੇ। ਔਰ ਜਦੋਂ ਉਸ ਨੂੰ ਮਿਲਦੇ ਹਨ ਕਿ ਵੀ ਕੇਦਾਰ ਨੂੰ ਅਸੀਂ ਮਿਲਣਾ ਹੈ, ਤਾਂ ਉਹ ਦਿਨ ਕਿਹੋ ਜਿਹਾ ਹੁੰਦਾ ਹੈ? ਕੇਦਾਰ ਦੀ ਅਰਥੀ ਨਿਕਲ ਰਹੀ ਹੁੰਦੀ ਹੈ, ਮੌਤ ਹੋ ਜਾਂਦੀ ਹੈ ਔਰ ਉਸ ਅਰਥੀ ਨੂੰ ਨਿਕਲਦੇ ਹੋਏ ਉਹ ਦੋਵੇਂ ਜੀ ਉਸ ਨੂੰ ਮਿਲਦੇ ਹਨ। ਤਾਂ ਮਾਇਆ ਉਸ ਦੀ ਅਰਥੀ ਦੇ ਨਾਲ ਚਿੰਬੜ ਕੇ ਬਹੁਤ ਰੋਂਦੀ ਹੈ ਔਰ ਉਸ ਨੂੰ ਬੁਲਾਉਂਦੀ ਵੀ ਹੈ, ਰੋਂਦੀ ਵੀ ਹੈ। ਇਸ ਤਰ੍ਹਾਂ ਦੇ ਨਾਲ ਇਹ ਨਾਵਲ ਅੰਤ ਦੇ ਵਿੱਚ ਪਹੁੰਚਦਾ ਹੈ। ਤਾਂ ਨਾਵਲਕਾਰ ਜੋ ਨਾਨਕ ਸਿੰਘ ਹੈ ਉਸ ਨੂੰ ਪਤਾ ਚੱਲਦਾ ਹੈ ਕਿ ਇਹ ਮਾਇਆ ਔਰ ਪੰਨਾ ਲਾਲ ਹੈ ਜੋ ਉਸ ਨੂੰ ਮਿਲਣ ਲਈ ਆਏ ਹਨ। ਜਦੋਂ ਵੀਨਾ ਨੂੰ ਵੀ ਗੱਲਬਾਤ ਪਤਾ ਚੱਲਦੀ ਹੈ, ਕਿਉਂਕਿ ਜੋ ਵੀਨਾ ਦਾ ਸਸੁਰਾਲ ਸੀ ਉਹ ਲਾਲਚੀ ਸਨ, ਉਹ ਉੱਥੋਂ ਛੱਡ ਕੇ ਆਪਣੇ ਵਾਪਸ ਘਰ ਵਿੱਚ ਆ ਜਾਂਦੀ ਹੈ। ਜਦੋਂ ਵੀਨਾ ਨੂੰ ਕੇਦਾਰ ਬਾਰੇ ਸਾਰੀ ਗੱਲਬਾਤ ਪਤਾ ਲੱਗਦੀ ਹੈ ਤਾਂ ਉਹ ਬਹੁਤ ਪਛਤਾਤਾਪ ਕਰਦੀ ਹੈ ਔਰ ਉਸ ਮਾਇਆ ਵੀ ਸੋਚਦੀ ਹੈ ਕਿ ਅਸੀਂ ਇਸ ਦਾ ਵਿਆਹ ਕੇਦਾਰ ਨਾਲ ਕਰਵਾ ਦੇਣਾ ਹੈ। ਪਰ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ। ਕੇਦਾਰ ਦੀ ਮੌਤ ਦੀ ਖਬਰ ਸੁਣ ਕੇ ਵੀਨਾ ਨੂੰ ਸਦਮਾ ਲੱਗਦਾ ਹੈ ਔਰ ਉਸ ਦੀ ਵੀ ਮੌਤ ਹੋ ਜਾਂਦੀ ਹੈ। ਤਾਂ ਇਸ ਤਰ੍ਹਾਂ ਦੇ ਨਾਲ ਇਹ ਨਾਵਲ ਇੱਕ ਕੇਦਾਰ ਦੇ ਪਾਤਰ ਦੇ ਜੀਵਨ ਨੂੰ ਨਾਲ ਲੈ ਕੇ ਚੱਲਦਾ ਹੈ ਔਰ ਅੰਤ ਵੀ ਕੇਦਾਰ ਦੇ ਪਾਤਰ ਮੁੱਖ ਪਾਤਰ ਹੈ ਜੋ ਉਸ ਦੇ ਨਾਲ ਹੁੰਦਾ ਹੈ। ਇਸ ਤਰ੍ਹਾਂ ਇਹ ਨਾਵਲ ਪਵਿੱਤਰ ਪਾਪੀ ਜੋ ਹੈ ਇੱਕ ਸੁਚੱਜਾ ਔਰ ਸਫਲ ਨਾਵਲ ਕਿਹਾ ਜਾ ਸਕਦਾ ਹੈ। ਤਾਂ ਅਗਲੀ ਜਿਹੜੀ ਵੀਡੀਓ ਹੈ ਬੱਚੋ, ਉਸ ਦੇ ਵਿੱਚ ਅਸੀਂ ਇਸ ਨਾਵਲ ਦਾ ਜੋ ਪ੍ਰਸ਼ਨ ਹੈ, ਮੁੱਖ ਪ੍ਰਸ਼ਨ ਉਹ ਕਰਾਂਗੇ। ਠੀਕ ਹੈ ਜੀ, ਧੰਨਵਾਦ।